ਤਸੀਹੇ ਦਿੱਤੇ, ਕਰੰਟ ਲਾਇਆ ਨਾ, ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਰਿਮਾਂਡ ਮਿਲਿਆ ਜੀ। ਰਿਮਾਂਡ 'ਚ ਉਹਨਾਂ ਨੇ ਦੋਇਆ ਵੀ ਇਹਦੇ ਖਾਲਿਸਤਾਨ ਨਾਲ ਲਿੰਕ ਨੇ ਤੇ ਇਹਨੂੰ ਫੰਡਿੰਗ ਹੁੰਦੀ ਆ ਤੇ ਮਤਲਬ ਸ਼ਹਿਰ ਦੇ ਵਿੱਚ ਸ਼ਿਵ ਸੈਨਾ ਆਗੂਆਂ ਦੇ ਗੋਲੀਆਂ ਚਲਾਉਣ। ਹਾਂਜੀ, ਉੱਥੇ ਮੋਹਾਲੀ ਵੀ ਕੀਤੀ ਤੇ ਫਿਰ ਉਸ ਤੋਂ ਬਾਅਦ ਖੰਨੇ ਇਹਨਾਂ ਨੇ ਰਾਤ ਨੂੰ ਛੱਡ ਕੇ ਤੇ ਸਵੇਰੇ ਸੀਆਈ ਲੈ ਗਏ ਖੰਨੇ ਤੇ ਉੱਥੇ ਬਹੁਤ ਜ਼ਿਆਦਾ ਕਰੰਟ ਲਾਇਆ। ਇੰਟੈਲੀਜੈਂਸੀ ਵਾਲੇ ਆਏ ਸੀਗੇ ਜੀ ਆਪ। ਉਹਨਾਂ ਨੇ ਕੁਝ ਸੁਣਿਆ ਹੀ ਨਹੀਂ ਗਾ। ਬਸ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਇਹਨੇ ਬੰਦਾ ਮਾਰਤਾ, ਕਤਲ ਕੀਤਾ ਹੋਇਆ ਤੇ ਤਾਂ ਲੈ ਕੇ ਚੱਲੇ ਆ ਤੇ ਹੁਣ ਤਿਹਾੜ ਜੇਲ੍ਹ ਤਾਂ ਜਾਊਗਾ ਹੀ ਜਾਊਗਾ। ਜਦੋਂ ਪਿਛਲਾ ਦੌਰ ਰਿਹਾ ਇੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਜਾਂ ਮਾਮਲੇ ਵੀ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਪਾਏ ਜਾਂਦੇ ਰਹੇ ਨੌਜਵਾਨਾਂ ਤੇ, ਤੁਸੀਂ ਕਦੇ ਸੋਚਿਆ ਸੀ ਵੀ ਇਹ ਗੱਲ ਜਾਂ ਅਜਿਹੀ ਤਹਿਮਤ ਸਾਡੇ ਮੱਥੇ ਵੀ ਕਦੇ ਲੱਗੇਗੀ? 22-23 ਸਾਲ ਦੇ ਬੱਚੇ ਨੇ ਇਹ, ਜੋ ਇਹਨਾਂ ਨਾਲ ਹੋ ਰਹੀ ਹੁਣ ਤਾਂ ਫਿਰ ਕੀ ਬਣਨਗੇ ਤੁਸੀਂ ਆਪੇ ਹੀ ਪਤਾ। ਫਿਰ ਪੁਲਿਸ ਕਿਆ ਬਣਾਊਗੀ ਇਹਨਾਂ ਨੂੰ, ਫਿਰ ਕੁੱਟ ਕੇ ਜੋ ਸਾਡੇ ਬੱਚੇ ਉਹਨਾਂ ਨੇ ਕੁੱਟਿਆ ਮਾਰਿਆ ਉਹਨਾਂ ਦਾ ਕਿਆ ਬਣਿਆ? ਉਹਨਾਂ ਦਾ ਸਸਪੈਂਡ ਕਰਤਾ ਪੁਲਿਸ, ਉਹਨਾਂ ਦੀ ਕਚਹਿਰੀ ਉਹਨਾਂ ਦੀ, ਸਭ ਕੁਝ ਉਹਨਾਂ ਦਾ, ਦੁਬਾਰਾ ਵਾਪਸ ਫਿਰ ਰੱਖ ਲੈਣੇ ਨੇ ਡਿਊਟੀ ਤੇ। ਔਰ ਉਹ ਵੀ ਸੀ ਪੰਜਾਬ ਦੇ ਵਿੱਚ ਜਦੋਂ ਪੁਲਿਸ ਝੂਠੇ ਮੁਕਾਬਲੇ ਵੀ ਤੇ ਝੂਠੇ ਮਾਮਲੇ ਵੀ ਬਣਾਉਂਦੀ ਸੀ। ਪਰ ਇਹ ਕੰਮ ਅੱਜ ਵੀ ਬਦਸਤੂਰ ਜਾਰੀ ਹੈ। ਤੁਹਾਨੂੰ ਅੱਜ ਇੱਕ ਝੂਠੇ ਮਾਮਲੇ ਦਾ ਸੱਚ ਦੱਸਾਂਗੇ ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਭ ਤੋਂ ਪਹਿਲਾਂ ਤਸਵੀਰ ਉਸ ਮਾਂ ਦੀ ਜਿਸ ਦੇ ਬੇਟੇ ਨੂੰ ਜਾਂ ਉਸਦੇ ਬੇਟੇ ਦੇ ਨਾਮ ਨੂੰ ਅੱਤਵਾਦੀਆਂ ਦੇ ਨਾਲ ਜੋੜਿਆ ਗਿਆ। ਅਗਲੀ ਤਸਵੀਰ ਉਸ ਨੌਜਵਾਨ ਦੀ ਜਿਸ ਤੇ ਸਿਰ ਤੇ ਇਹ ਤਹਿਮਤ ਲਾਈ ਗਈ ਕਿ ਇਹ ਅੱਤਵਾਦੀਆਂ ਦੇ ਨਾਲ ਜੁੜਿਆ ਹੈ। ਤੇ ਤੀਜੀ ਤਸਵੀਰ ਕਾਨੂੰਨ ਦੇ ਉਸ ਰਖਵਾਲੇ ਦੀ ਜਿਸ ਨੇ ਕੇਸ ਦੀ ਪੈਰਵਾਈ ਕੀਤੀ ਤੇ ਸਾਬਤ ਕੀਤਾ ਕਿ ਮੁੰਡਾ ਬਿਲਕੁਲ ਬੇਕਸੂਰ ਹੈ ਤੇ ਪੁਲਿਸ ਵੱਲੋਂ ਵਧੀਕੀ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਨੌਜਵਾਨ ਦੇ ਨਾਲ ਗੱਲ ਕਰਾਂਗੇ, ਪੁੱਛਾਂਗੇ ਕਿ ਆਖਰ ਮਾਮਲਾ ਕੀ ਹੈ। ਭਾਈ ਤੁਹਾਡਾ ਨਾਮ ਕੀ ਹੈ? ਇਕਬਾਲਪ੍ਰੀਤ ਸਿੰਘ ਹੈ। ਇਕਬਾਲ ਜੀ, ਇਹ ਦੱਸੋ ਕਿ ਤੁਹਾਨੂੰ ਪੁਲਿਸ ਨੇ ਚੁੱਕਿਆ, ਜਿਵੇਂ ਸਾਡੀ ਪਹਿਲਾਂ ਵੀ ਗੱਲ ਹੋਈ ਸੀ ਐਡਵੋਕੇਟ ਸਾਹਿਬ ਦੇ ਨਾਲ, ਮਾਮਲਾ ਕੀ ਸੀ, ਕਦੋਂ ਚੁੱਕਿਆ, ਤੁਹਾਨੂੰ ਪਤਾ ਸੀ ਵੀ ਤੁਹਾਨੂੰ ਕਿਉਂ ਫੜਿਆ ਜਾ ਰਿਹਾ? ਨਹੀਂ, ਮੈਨੂੰ ਬਿਲਕੁਲ ਨਹੀਂ ਪਤਾ ਸੀਗਾ ਜੀ। ਘਰੋਂ ਲੈ ਕੇ ਗਏ ਨੇ ਤੇ 15-16 ਗੱਡੀਆਂ 'ਚ ਆਏ ਨੇ ਤੇ ਪੂਰੇ ਪਿੰਡ ਨੂੰ ਘੇਰਾ ਪਾ ਕੇ ਉਸ ਤੋਂ ਬਾਅਦ ਮੈਨੂੰ ਲੈ ਕੇ ਗਏ ਨੇ ਤੇ ਮੈਨੂੰ ਬਿਲਕੁਲ ਦੱਸਿਆ ਨਹੀਂਗਾ ਜੀ। ਮੈਨੂੰ ਰਾਤ ਨੂੰ ਜਾ ਕੇ ਵੀ ਨਹੀਂ ਦੱਸਿਆ। ਮੈਨੂੰ ਕਹਿੰਦੇ ਤੈਨੂੰ ਪਤਾ ਵੀ ਤੈਨੂੰ ਕਿਉਂ ਲੈ ਕੇ ਗਏ ਆ। ਕਿਹੜੀ ਤਰੀਕ ਦੀ ਗੱਲ ਹੈਗੀ ਹੈ ਤੇ ਕਿੰਨੇ ਕੁ ਵਜੇ ਦਾ ਸਮਾਂ ਸੀ ਉਹ? ਸ਼ਾਮ ਦਾ ਟਾਈਮ ਸੀਗਾ ਜੀ, ਮਤਲਬ 3 ਤਰੀਕ ਸੀਗੀ, 3 ਜੂਨ ਤੇ ਸ਼ਾਮ ਨੂੰ 5 ਵਜੇ ਦਾ ਟਾਈਮ ਸੀਗਾ। ਤੇ ਜਦੋਂ ਤੁਹਾਨੂੰ ਲੈਣ ਆਏ ਕਿੰਨੇ ਕੁ ਜਣੇ ਸੀ ਤੇ ਕੀ ਕਿਹਾ? ਜਿਵੇਂ ਤੁਸੀਂ ਕਿਹਾ ਕਿ ਉਹ ਕਹਿੰਦੇ ਤੈਨੂੰ ਪਤਾ ਹੈ ਅਸੀਂ ਤੈਨੂੰ ਕਿਉਂ ਚੁੱਕ ਰਹੇ ਹਾਂ, ਤੁਹਾਨੂੰ ਪਤਾ ਸੀ ਕਿਉਂ ਚੁੱਕ ਰਹੇ ਹਾਂ ਤੁਹਾਨੂੰ? ਬਿਲਕੁਲ ਨਹੀਂ, ਬੁਲਟ ਪ੍ਰੂਫ ਗੱਡੀਆਂ 'ਚ ਲੈ ਕੇ ਆ ਗਏ ਨੇ ਜੀ ਤੇ ਸਾਲਟਾਂ ਲੈ ਕੇ ਆਏ ਸੀਗੇ ਜੀ। ਉਹ ਮਤਲਬ ਇੰਟੈਲੀਜੈਂਸੀ ਦੱਸ ਰਹੇ ਸੀ ਵੀ ਇੰਟੈਲੀਜੈਂਸ ਸਪੈਸ਼ਲ ਐਨਕਾਊਂਟਰ ਇੰਟੈਲੀਜੈਂਸੀ ਸੀਗੀ ਤੇ ਉਹਨਾਂ ਨੇ ਉੱਥੇ ਜਾ ਕੇ ਵੀ ਨਹੀਂ ਮੈਨੂੰ ਦੱਸਿਆ। ਰਾਤ ਨੂੰ ਅਗਲੇ ਦਿਨ ਮੈਨੂੰ ਦੱਸਿਆ ਵੀ ਤੂੰ ਖਾਲਿਸਤਾਨ ਦਾ ਬੰਦਾ ਤੇ ਤੂੰ ਅੱਤਵਾਦੀ ਆ ਤੇ ਤਾਂ ਤੈਨੂੰ ਲੈ ਕੇ। ਤੁਹਾਡਾ ਨਾਮ ਖਾਲਿਸਤਾਨ ਜਾਂ ਖਾਲਿਸਤਾਨ ਦੇ ਜਿਹੜੇ ਗਰੁੱਪ ਨੇ ਉਹਨਾਂ ਦੇ ਨਾਲ ਜੋੜਿਆ ਗਿਆ? ਹਾਂਜੀ, ਅੱਤਵਾਦੀ ਘੋਸ਼ਿਤ ਕੀਤਾ। ਤੁਹਾਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ। ਕੋਈ ਸਬੂਤ ਮਿਲਿਆ ਫਿਰ ਪੁਲਿਸ ਵਾਲਿਆਂ ਨੂੰ? ਤੁਹਾਡਾ ਫਿਰ ਰਿਮਾਂਡ ਲਿਆ ਕਿ ਕੁਝ ਤਸੀਹੇ ਤੁਹਾਨੂੰ ਦਿੱਤੇ ਗਏ? ਰਿਮਾਂਡ ਤੋਂ ਪਹਿਲੇ 3 ਦਿਨ ਪਹਿਲਾਂ ਹੀ ਬਹੁਤ ਤਸੀਹੇ ਦਿੱਤੇ, ਕਰੰਟ ਲਾਇਆ ਨਾ, ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਰਿਮਾਂਡ ਮਿਲਿਆ ਜੀ। ਰਿਮਾਂਡ 'ਚ ਉਹਨਾਂ ਨੇ ਦੋਇਆ ਵੀ ਇਹਦੇ ਖਾਲਿਸਤਾਨ ਨਾਲ ਲਿੰਕ ਨੇ ਤੇ ਇਹਨੂੰ ਫੰਡਿੰਗ ਹੁੰਦੀ ਆ ਤੇ ਮਤਲਬ ਸ਼ਹਿਰ ਦੇ ਵਿੱਚ ਸ਼ਿਵ ਸੈਨਾ ਆਗੂਆਂ ਦੇ ਗੋਲੀਆਂ ਚਲਾਉਣ। ਫੰਡਿੰਗ ਕੋਈ ਪੁਲਿਸ ਵਾਲਿਆਂ ਨੂੰ ਮਿਲੀ, ਲੱਭੀ ਕੋਈ? ਉਹਨਾਂ ਨੇ ਲੱਭੀ ਫੰਡਿੰਗ ਹੋ ਕਿੱਥੋਂ ਰਹੀ ਹੈ? ਕੋਈ ਸਬੂਤ ਨਹੀਂ ਮਿਲਿਆ ਜੀ। ਉਹ ਕਹਿੰਦੇ ਅਸੀਂ ਬਾਅਦ 'ਚੋਂ ਮੈਨੂੰ ਆਪ ਗਿਆ, ਕਹਿੰਦੇ ਰਿਮਾਂਡ ਲੈਣ ਲਈ ਪੁਲਿਸ ਬਹੁਤ ਕੁਝ ਲਿਖ ਦਿੰਦੀ ਹੁੰਦੀ ਤੇ ਸਭ ਬਿਲਕੁਲ ਨਜਾਇਜ਼ ਕੀਤਾ ਜੀ। ਕੋਈ ਸਬੂਤ ਨਹੀਂ ਮਿਲਿਆ, ਕੋਈ ਮਤਲਬ ਗਵਾਹ ਵੀ ਨਹੀਂ ਕੋਈ। ਅੱਛਾ, ਜਦੋਂ ਤੁਹਾਨੂੰ ਘਰੋਂ ਚੁੱਕਿਆ ਹੈ ਤੁਹਾਨੂੰ ਸਭ ਤੋਂ ਪਹਿਲਾਂ ਲੈ ਕੇ ਕਿੱਥੇ ਗਏ ਤੇ ਕੀ ਕੁਝ ਤੁਹਾਡੇ ਨਾਲ ਹੋਇਆ ਉਹ ਦੱਸੋ? ਮੋਹਾਲੀ ਲੈ ਕੇ ਗਈ ਇੱਕ ਫੇਸ। ਜਦੋਂ ਮੈਨੂੰ ਘਰੋਂ ਲੈ ਕੇ ਗਏ ਤੇ ਘਰਦਿਆਂ ਨੇ ਪੂਰੇ ਪਿੰਡ ਨੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਨਾ, ਤੇ ਉਸ ਤੋਂ ਬਾਅਦ ਜਦੋਂ ਧੱਕਾ ਮੁੱਕੀ ਚੱਲ ਗਏ ਤੇ ਉਹ ਤੋਂ ਬਾਅਦ ਉਹ ਹਟੇ ਹੀ ਨਹੀਂ। ਮਤਲਬ ਉਹ ਕਹਿੰਦੇ ਲੈ ਕੇ ਹੀ ਜਾਣਾ ਤੇ ਪਿੰਡ 'ਚ ਡਰਾਤਾ ਸਭ ਨੂੰ ਵੀ ਇਹ ਤਾਂ ਅੱਤਵਾਦੀਆਂ ਨੇ ਬਹੁਤ ਕਤਲ ਕੀਤੇ। ਤੇ ਉਸ ਤੋਂ ਬਾਅਦ ਮਤਲਬ ਇੱਕ ਫੇਸ ਮੋਹਾਲੀ ਲੈ ਕੇ ਗਏ ਨੇ ਇੰਟੈਲੀਜੈਂਸ ਤੇ ਉਸ ਤੋਂ ਬਾਅਦ ਰਾਤ ਨੂੰ ਫਿਰ 1 ਵਜੇ ਖੰਨੇ ਲਿਆਈ ਉਸੇ ਦਿਨ? ਹਾਂਜੀ, ਉਸੇ ਰਾਤ ਨੂੰ ਜੀ। ਤੇ ਉਸੇ ਰਾਤ ਨੂੰ ਜਦੋਂ ਮੋਹਾਲੀ ਲੈ ਕੇ ਆਏ ਉਦੋਂ ਤੁਹਾਡੇ ਨਾਲ ਕੁੱਟਮਾਰ ਹੋਈ? ਹਾਂਜੀ, ਉੱਥੇ ਮੋਹਾਲੀ ਵੀ ਕੀਤੀ ਤੇ ਫਿਰ ਉਸ ਤੋਂ ਬਾਅਦ ਖੰਨੇ ਇਹਨਾਂ ਨੇ ਰਾਤ ਨੂੰ ਛੱਡ ਕੇ ਤੇ ਸਵੇਰੇ ਸੀਆਈ ਲੈ ਗਏ ਖੰਨੇ ਤੇ ਉੱਥੇ ਬਹੁਤ ਜ਼ਿਆਦਾ ਕਰੰਟ ਲਾਇਆ। ਇੰਟੈਲੀਜੈਂਸੀ ਵਾਲੇ ਆਏ ਸੀਗੇ ਜੀ ਆਪ। ਹਾਂਜੀ। ਮਾਤਾ ਜੀ ਨਾਲ ਗੱਲ ਕਰਾਂਗੇ। ਮਾਤਾ ਜੀ, ਜਦੋਂ ਘਰੇ ਪੁਲਿਸ ਆਈ, ਜਿਵੇਂ ਇਹਨਾਂ ਨੇ ਵੀ ਦੱਸਿਆ ਇਕਬਾਲ ਨੇ ਕਿ ਘੇਰਾ ਪਾ ਲਿਆ ਪੂਰੇ ਪਿੰਡ ਨੂੰ, ਘਰੇ ਬਹੁਤ ਪੁਲਿਸ ਵਾਲੇ ਆਏ, ਬੁਲਟ ਪ੍ਰੂਫ ਗੱਡੀਆਂ ਸੀ, ਇੱਕ ਮਾਂ ਦੇ ਦਿਲ ਤੇ ਕੀ ਬੀਤੀ ਜਦੋਂ ਘਰੇ ਪੁਲਿਸ ਵਾਲੇ ਆਏ? ਤੁਹਾਨੂੰ ਪਤਾ ਹੀ ਆ ਜਦੋਂ ਕੋਈ ਅਚਾਨਕ ਹੀ ਆਪਣੇ ਘਰ ਪੁਲਿਸ ਆ ਜਾਵੇ ਤਾਂ ਉਹ ਕਿਸ ਤਰ੍ਹਾਂ ਦਾ ਹਾਲ, ਨਾ ਅਸੀਂ ਮਰਨ ਜੋਗੇ ਸੀ ਨਾ ਅਸੀਂ ਜੀਣ ਜੋਗੇ ਸੀ। ਕਿਉਂ ਮੇਰਾ ਬੇਟਾ ਉਹਨਾਂ ਨੇ 4-5 ਜਣੇ ਤਾਂ ਲੱਗੇ ਹੋਏ ਸੀ ਇਹਨੂੰ ਫੜਨ ਵਾਸਤੇ, ਫੜੀ ਐਂ ਖੜੇ ਸੀ। ਜਦੋਂ ਅਸੀਂ ਗਏ
ਰੌਲਾ ਪਾ ਰਿਹਾ ਸੀ ਬਹੁਤ। ਇਹਨੇ ਕਿਹਾ ਵੀ ਮੈਂ ਇਹਨੂੰ ਨਜਾਇਜ਼ ਮੈਂ ਕੁਝ ਨਹੀਂ ਕੀਤਾ, ਮੈਨੂੰ ਉਰੀ ਦੱਸੋ ਮੈਂ ਕਿਆ ਕਰਕੇ ਕੀ ਕਰਿਆ। ਮੈਂ ਕਿਆ ਕਰਨਾ ਸੀ, ਅਸੀਂ ਬਾਹਲੀ ਧੱਕਾ ਮੁੱਕੀ ਸਾਡੇ ਨਾਲ ਵਾਧੂ ਕੀਤੀ ਅਸੀਂ, ਤੇ ਬੱਚਾ ਤਾਂ ਚੱਲ ਲੈ ਲਿਆ ਪਰ ਗਏ ਬਾਹਰ ਹੀ ਖੜੇ ਰਹੇ ਗੇਟ ਤੇ ਵੀ ਜਦੋਂ ਨਿਕਲੋਗੇ ਜਦੋਂ ਚੱਕ ਲਾਂਗੇ, ਫਿਰ ਲਿਜਾਣਾ ਤਾਂ ਜ਼ਰੂਰ ਹੈ। ਫਿਰ ਉਹ ਹਟੇ ਨਹੀਂ, ਲੈ ਕੇ ਤਾਂ ਗਏ। ਫਿਰ ਤੁਸੀਂ ਜਾਂ ਪਿੰਡ ਵਾਲਿਆਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਹਾਂ ਦੱਸਿਆ ਜਾਵੇ ਮੁੰਡਾ ਕਿੱਦਾਂ ਦਾ ਹੈਗਾ ਹੈ ਜਾਂ ਮੁੰਡੇ ਦਾ ਵਿਵਹਾਰ ਕਿੱਦਾਂ ਦਾ ਹੈ? ਹਾਂਜੀ, ਪਿੰਡ ਵਾਲੇ ਆਏ, ਆਂਢ ਗੁਆਂਢ ਸਾਰਾ ਆਇਆ, ਸਰਪੰਚ ਵੀ ਬੁਲਾਇਆ ਗਿਆ। ਸਰਪੰਚ ਨੂੰ ਕਿਹਾ ਵੀ 6 ਮਹੀਨੇ ਹੋ ਗਏ ਬੱਚਾ ਅੱਜ ਤੱਕ ਬਾਹਰ ਕਦੇ ਗੇਟ ਤੋਂ ਬਾਹਰ ਨਹੀਂ ਗਿਆ, ਵੀ ਨਾ ਕੋਈ ਆਉਂਦਾ ਸੀ ਨਾ ਕੋਈ ਇਹਦੇ ਕੋਲ ਜਾਂਦਾ ਸੀ, ਆਪਣਾ ਸਿਰਫ ਕੰਮ ਤੱਕ ਮਤਲਬ ਸੀਗਾ। ਤੇ ਉਹਨਾਂ ਨੇ ਕੁਝ ਸੁਣਿਆ ਹੀ ਨਹੀਂਗਾ। ਬਸ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਇਹਨੇ ਬੰਦਾ ਮਾਰਤਾ, ਕਤਲ ਕੀਤਾ ਹੋਇਆ, ਤੇ ਤਾਂ ਲੈ ਕੇ ਚੱਲੇ ਆ, ਤੇ ਹੁਣ ਤਿਹਾੜ ਜੇਲ੍ਹ ਤਾਂ ਜਾਊਗਾ ਹੀ ਜਾਊਗਾ। ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਪੁਲਿਸ ਵਾਲੇ ਆਏ? ਕਿੰਨਾ ਕੁ ਸਮਾਂ ਸੀ, ਤੁਸੀਂ ਕੀ ਕਰ ਰਹੇ ਸੀ ਉਦੋਂ? ਇਹ ਆਏ ਤੀ 6 ਵਜੇ, ਅਸੀਂ ਮੈਂ ਵੀ ਧਾਰ ਚੋ ਕੇ ਲਿਆਈ ਸੀ, ਇਹ ਵੀ ਗੋਹਾ ਚੱਕਦਾ ਸੀ ਡੰਗਰਾਂ ਦਾ ਬਾਹਰ। ਡੰਗ ਮੇਰੇ ਨਾਲ ਹੀ ਅੰਦਰ ਆ ਗਿਆ, ਤੇ ਬਸ ਬਾਹਰ ਫੇਰ ਹੋਰ ਵੀ ਰੱਖੇ ਨੇ ਛੋਟੇ ਛੋਟੇ ਛੇਲੇ ਰੱਖੇ, ਕੱਖ ਪਾਉਣ ਗਿਆ ਸੀ। ਉਦੋਂ ਸਾਡੇ ਜਾਲ ਲੱਗਿਆ ਹੈ ਚਾਰੇ ਪਾਸੇ, ਉਹਨਾਂ ਨੇ ਦੇਖ ਲਿਆ ਸੀਗਾ, ਚਕਾ ਘੇਰਾ ਪਾ ਲਿਆ ਵੀ ਜਾਲ ਬਾਹਰ, ਗੇਟ ਜਾਣ ਨੂੰ ਰਸਤਾ ਹੀ ਨਹੀਂ ਸੀਗਾ, ਮੇਨ ਗੇਟ ਤੇ ਤੋਂ ਗੜੇ ਸੀਗੇ। ਤੇ ਮੈਨੂੰ ਤਾਂ ਬਾਹਰ ਜਾ ਰੌਲਾ, ਇਹ ਜਾ ਕੇ ਜਦੋਂ ਇਹਨੇ ਦੇਖਿਆ ਵੀ ਕੋਈ ਬੰਦੇ ਆ ਗਏ, ਕਿਸੇ ਨੇ ਕਿਹਾ ਵੀ ਪੁਲਿਸ ਆ ਇਹ ਤੇ ਕੰਧ ਟੱਪਣ ਲੱਗਿਆ, ਤੇ ਉਹਨਾਂ ਨੇ ਉੱਥੇ ਫੜ ਲਿਆ। ਫਿਰ ਸਾਰਿਆਂ ਨੇ ਇਕੱਠੇ ਗੱਡੀ ਸਿੱਟ ਲਿਆ, ਤੇ ਇਹਨੇ ਬਸ ਜ਼ੋਰ ਸੀ, ਹੋਰ ਕਈ ਲਾਗੇ ਗੱਡੀ 'ਚ ਖਿੱਚ ਤਾਂ ਬਾਹਰ ਲਿਆਂਦਾ। ਜਦੋਂ ਇਹਨਾਂ ਨੂੰ ਸੱਤੋਂ ਪਤਾ ਲੱਗਿਆ ਮੇਰੀ ਜਠਾਣੀ ਧਾਰ ਚੋਂਦੀ ਸੀ, ਇਹਨੇ ਰੁੱਕਾਂ ਮਾਰੀਆਂ, ਉਹ ਆ ਗਈ ਬਾਲਟੀ ਦੁੱਧ ਦੀ ਉਹਨਾਂ ਤੇ ਪੈ ਗਈ, ਦੁੱਧ ਡੁੱਲਿਆ, ਕੱਪੜੇ ਵੀ ਚੇਂਜ ਕੀਤੇ, ਉਹਨਾਂ ਕੱਪੜੇ ਕੋਲ ਸੀਗੇ। ਤੇ ਫਿਰ ਮੈਂ ਵੀ ਆਈ, ਤੇ ਮੈਂ ਸਾਡੇ ਹੋਰ 2 ਜਣੇ ਚਾਰਾਂ ਨੇ ਖਿੱਚ ਕੇ ਬਲਕਿ ਮੁੰਡਾ ਉਹਨਾਂ ਕੋਲ ਖੋਲਿਆ, ਹੋ ਕੇ ਤਾਂ ਫਿਰ ਅਸੀਂ ਅੰਦਰ ਲਿਆ ਕੇ ਜਿੰਦਾ ਲਾ ਲਿਆ। ਤੇ ਉਹ ਗੇਟ ਤੇ ਸਾਨੂੰ ਬੋਲੀ ਕੇ ਮੂਵੀਆਂ ਬਣਾਈ ਗਏ ਕੰਧ ਉੱਪਰ ਨੂੰ ਸਾਡੀਆਂ ਵੀ ਤੁਹਾਡੇ ਤੇ ਪਰਚਾ ਦੇਵਾਂਗੇ। ਪਰ ਜਾਣਾ ਕਹਿੰਦੇ ਹੈ ਨਹੀਂ ਸੀ, ਚਾਹੇ ਰਾਤ ਹੋ ਜਾਵੇ ਲੈ ਕੇ ਤਾਂ ਜਾਣਾ ਹੀ ਜਾਣਾ। ਫਿਰ ਅਸੀਂ ਕੀ ਕਰ ਸਕਦੇ ਸੀ? ਫਿਰ ਮੌਜੂਦਾ ਦੂਜੀ ਬਸੀ ਵਾਲੀ ਪੁਲਿਸ TSP ਆਏ ਸੀਗੇ, ਤੇ ਉਹਨਾਂ ਨੂੰ ਸੌਂਪਿਆ ਸੀ ਬੇਟਾ ਵੀ ਤੁਸੀਂ ਲੈ ਜਾਓ, ਤੁਹਾਨੂੰ ਪਤਾ ਹੀ ਹੈ ਵੀ ਕਿਆ ਸੀ। ਉਦੋਂ ਘਰੇ ਕੌਣ ਸੀ ਜਦੋਂ ਪੁਲਿਸ ਵਾਲੇ ਆਏ? ਘਰੇ ਕੌਣ ਸੀ? ਤੁਸੀਂ ਸੀ, ਬੇਟਾ ਸੀ ਤੁਹਾਡਾ, ਤੇ ਹੋਰ ਕੌਣ ਸੀ? ਤੇ ਮੇਰੀ ਸੱਸ ਸੀ 90 ਸਾਲ ਦੀ, ਹੋਰ ਘਰ ਕੋਈ ਨਹੀਂ ਸੀਗਾ, ਤੇ ਮੇਰੇ ਹਸਬੈਂਡ ਡਿਊਟੀ ਤੇ ਸੀਗੇ। ਤੁਹਾਡੇ ਹਸਬੈਂਡ ਕੀ ਕਰਦੇ ਨੇ? ਉਹ ਪੁਲਿਸ ਨੇ। ਅੱਛਾ, ਤੁਹਾਡੇ ਹਸਬੈਂਡ ਖੁਦ ਪੁਲਿਸ ਵਿੱਚ ਨੇ। ਤੇ ਮਤਲਬ ਤੁਸੀਂ ਸੁਣਿਆ ਹੋਣਾ ਹੈ ਜਦੋਂ ਪਿਛਲਾ ਦੌਰ ਰਿਹਾ ਇੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਜਾਂ ਮਾਮਲੇ ਵੀ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਪਾਏ ਜਾਂਦੇ ਰਹੇ ਨੌਜਵਾਨਾਂ ਤੇ, ਤੁਸੀਂ ਕਦੇ ਸੋਚਿਆ ਸੀ ਵੀ ਇਹ ਗੱਲ ਜਾਂ ਅਜਿਹੀ ਤਹਿਮਤ ਸਾਡੇ ਮੱਥੇ ਵੀ ਕਦੇ ਲੱਗੇਗੀ? ਕਦੇ ਵੀ ਨਹੀਂ ਸੋਚਿਆ ਸੀ ਕਿ ਸਾਡਾ ਬੇਟਾ ਇਸ ਤਰ੍ਹਾਂ ਦਾ ਹੈ ਨਹੀਂ ਸੀ, ਨਾ ਹੀ ਘਰ 'ਚ ਇਸ ਤਰ੍ਹਾਂ ਦਾ ਮਾਹੌਲ ਸੀਗਾ। ਜਦੋਂ ਜਿਵੇਂ ਉਹ ਕਹਿ ਰਹੇ ਨੇ ਇਹਦੇ ਕੋਲ ਅਸਲਾ ਸੀ, ਪਿਸਤੌਲ, ਸਾਡੇ ਘਰ ਜਦੋਂ ਇਹ ਮੇਰੇ ਹਸਬੈਂਡ ਡਿਊਟੀ ਕਰਦੇ ਆ, ਸਾਡੇ ਕੋਲ ਲਾਇਸੈਂਸੀ ਵੀ ਰਿਵਾਲਵਰ ਵੀ ਨਹੀਂ ਕੋਈ ਹੈਗਾ, ਕੋਈ ਨਾ ਰੱਖਣਾ, ਸਾਰੀ ਜ਼ਿੰਦਗੀ ਰੱਖਣਾ ਵੀ ਨਹੀਂਗਾ ਸਾਡੇ ਘਰ, ਕੋਈ ਚੀਜ਼ ਨਹੀਂ ਹੈਗੀ। ਤਲਾਸ਼ੀ ਲਈ ਉਹਨਾਂ ਨੇ, ਕਹਿੰਦੇ ਬੰਦੇ। ਤੁਸੀਂ ਕੋਸ਼ਿਸ਼ ਕੀਤੀ ਕਹਿਣ ਦੀ ਵੀ ਮੇਰੇ ਬੇਪਤੀ ਖੁਦ ਮੁਲਾਜ਼ਮ ਨੇ, ਤੁਸੀਂ ਕੋਸ਼ਿਸ਼ ਕੀਤੀ ਕਹਿਣ ਦੀ ਉਹਨਾਂ ਨੂੰ, ਪੁਲਿਸ ਵਾਲਿਆਂ ਨੂੰ? ਬਹੁਤ ਕਿਹਾ ਜੀ, DSP ਨੂੰ ਵੀ ਕਿਹਾ ਸੀਗਾ ਵੀ ਰੁਕ ਜਾਓ, ਉਹਨਾਂ ਨੂੰ ਆ ਜਾਣ ਦਿਓ। ਸਰਪੰਚ ਨੂੰ ਕਿਹਾ ਵੀ ਬੇਟਾ ਸਵੇਰੇ ਪੇਸ਼ ਕਰਾਂਗੇ, ਵੀ ਰਾਤ ਹੋ ਗਈ 7 ਵਜ ਚੁੱਕੇ ਨੇ, ਵੀ ਅਸੀਂ ਹੁਣ ਭੇਜ ਨਹੀਂ ਸਕਦੇ। ਤੇ ਉਹ ਮੰਨੇ ਹੀ ਨਹੀਂ, ਕਹਿੰਦੇ ਤਾਂ ਫਿਰ ਅੱਟ ਕੇ ਲੈ ਜਾਗੇ ਰਾਤ ਨੂੰ, ਜੇ ਜਾਣਾ ਤਾਂ ਹੈਗਾ ਚਾਹੇ ਜੇ ਮਰਜ਼ੀ ਲੈ ਜਾਈਏ। ਫਿਰ ਰੋਕ ਨਹੀਂ ਸਕੇ, ਫਿਰ ਮੈਂ DSP ਨੂੰ ਸੌਂਪ ਦਿੱਤਾ, ਉਹਨਾਂ ਨੇ ਦੇਖਿਆ ਵੀ ਕੁਝ ਹੈ ਨਹੀਂਗਾ, ਤੇ ਉਹ ਕਹਿੰਦੇ ਕੋਈ ਨਾ ਅਸੀਂ ਕੱਲ੍ਹ ਨੂੰ ਵਾਪਸ ਕਰ ਦਾਂਗੇ ਮੁੰਡਾ। ਮੁੜ ਕੇ ਕੀ ਨਾ ਦੇਣਾ ਸੀ, ਫਿਰ ਇੱਕ ਵਾਰ ਪੁਲਿਸ ਲੈ ਗਈ, ਵਾਪਸ ਨਹੀਂ ਆਉਂਦਾ ਹੁੰਦਾ। ਜਦੋਂ ਪੁਲਿਸ ਵਾਲੇ ਲੈ ਗਏ ਉਸ ਤੋਂ ਬਾਅਦ ਤੁਹਾਡੀ ਗੱਲ ਅਗਲੀ ਵਾਰ ਕਦੋਂ ਹੋਈ ਫਿਰ ਇਹਦੇ ਨਾਲ, ਇਕਬਾਲ ਦੇ ਨਾਲ? ਇਹਦੇ ਨਾਲ ਤਾਂ ਮੇਰੀ ਗੱਲ ਹੋਈ ਆ ਮੇਰੇ ਖਿਆਲ 8 ਤਰੀਕ ਨੂੰ ਹੋਈ ਹੋਊਗੀ, ਜੇ ਹੋਈ ਪਰ ਸਾਡੇ ਕੋਈ ਗੱਲ ਨਹੀਂ ਹੋਈ। 6 ਤਰੀਕ ਨੂੰ ਇਹਦੇ ਡੈਡੀ ਗਏ ਸੀ ਮਿਲਣ ਵਾਸਤੇ। ਅੱਛਾ ਜੀ। ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ, 2 ਦਿਨ ਲੱਭਦੇ ਰਹੇ ਅਸੀਂ ਤਾਂ। ਜਦੋਂ ਫਿਰ ਪਤਾ ਲੱਗਿਆ ਵੀ ਖੰਨੇ ਦੇਖਿਆ ਕਿਸੇ ਨੇ, ਤੇ ਅਸੀਂ ਗਏ ਇਹ, ਤੇ ਇਹਦੇ ਕੋਲ ਖੜਿਆ ਵੀ ਨਹੀਂ ਜਾ ਸਕਦਾ ਸੀਗਾ। ਅੱਛਾ। ਤੇ ਬਿਲਕੁਲ ਨਹੀਂ ਖੜੇ ਨੇ, ਵੀ ਰੋਇਆ ਪਿੱਟਿਆ ਬਹੁਤ। ਇਹਨੇ ਕਿਹਾ ਆਪਣੇ ਡੈਡੀ ਨੂੰ ਵੀ ਡੈਡੀ, ਇਹਨਾਂ ਨੇ ਉਹਦੇ ਮੂੰਹ ਤੇ ਕਿਹਾ ਸੀ SHO ਦੇ ਵੀ ਮੈਨੂੰ ਬਹੁਤ ਕੁੱਟਿਆ ਇਹਨਾਂ ਨੇ, ਬਹੁਤ ਕੁੱਟਿਆ ਮੈਨੂੰ ਤਾਂ ਇਹਨਾਂ ਨੇ। ਤੇ ਫਿਰ ਉਹ ਕਹਿੰਦਾ ਨਹੀਂ CI ਸਟਾਫ ਵਾਲੇ ਲੈ ਗਏ ਸੀ, ਉਹ ਕੁੱਟ ਕੇ ਲਿਆਏ ਨੇ ਇਹਨੂੰ, ਕੋਈ ਤਾਂ ਖੜ ਨਹੀਂ ਸੀ ਹੁੰਦਾ ਇਹਦੇ ਕੋਲ, ਵੀ ਇੰਨਾ ਜ਼ਿਆਦਾ ਕੁੱਟਿਆ ਹੋਇਆ ਸੀ ਉਸ ਵਕਤ ਇਹ। ਹੁਣ ਅਸੀਂ ਕੀ ਕਰ ਸਕਦੇ? ਬਸ ਵੀ ਕਹਿ ਸਕਦੇ ਹਾਂ, ਮੁੱਖ ਮੰਤਰੀ ਸਾਹਮਣੇ ਅਰਦਾਸ ਹੀ ਕਰ ਸਕਦੇ ਹਾਂ ਵੀ ਸਾਡੀ ਬੇਨਤੀ ਆ ਵੀ ਸਾਡੇ ਬੱਚਿਆਂ ਨਾਲ ਨਜਾਇਜ਼ ਹੋ ਰਹੀ ਆ ਇਹ, ਵੀ ਜੇ ਇਹਨਾਂ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਪੁਲਿਸ ਨੂੰ, ਤਾਂ ਸਾਡੇ ਨਾਲ ਪੁਲਿਸ ਨਜਾਇਜ਼ ਕਰ ਰਹੀ ਆ ਇਹ, ਵੀ ਰੋਕਿਆ ਜਾਵੇ, ਪੁਲਿਸ ਨੂੰ ਕਿਹਾ ਜਾਵੇ, ਜੋ ਗੁਨੇਗਾਰ ਉਹ ਫੜਿਆ ਜਾਵੇ, ਨਾ ਕਿ ਨਜਾਇਜ਼ ਚੱਕੇ ਜਾਣ। ਇਹ ਕੰਮ ਕੋਈ ਹੋਰ ਕਰਦਾ, ਬੱਚੇ ਉਈਆਂ ਜਾਈ ਅੰਦਰ, ਸਾਡੇ ਤਾਂ ਉਈਆਂ ਚਲੇ ਗਏ। ਮਤਲਬ ਤੁਹਾਨੂੰ ਲੱਗਦਾ ਵੀ ਜਦੋਂ ਪਹਿਲਾਂ ਵੀ ਜਿੱਦਾਂ ਹੁਣ ਵੀ ਕਈ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਹੋਈ ਹੈ, ਵੀ ਤੁਹਾਨੂੰ ਲੱਗਦਾ ਵੀ ਹਾਂ ਵਾਕਈ ਪੁਲਿਸ ਵਾਲੇ, ਕੁਝ ਪੁਲਿਸ ਵਾਲੇ ਜਿਹੜੇ ਨੇ ਉਹ ਨਜਾਇਜ਼ ਕਰਦੇ ਨੇ? ਜਿਵੇਂ ਤੁਸੀਂ ਤਾਂ ਹੁਣ ਭੁਗਤ ਭੋਗੀ ਹੈਗੀ ਉਹ ਤੁਹਾਡੀ ਬੇਟੀ ਨਾਲ ਹੋਇਆ, ਨਜਾਇਜ਼ ਚੁੱਕਿਆ ਤੇ ਹੁਣ ਉਸ ਨੂੰ ਕਲੀਨ ਚਿੱਟ ਦਿੱਤੀ ਗਈ ਹੈ, ਤੁਹਾਨੂੰ ਲੱਗਦਾ ਹੈ ਵੀ ਵਾਕਈ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੋਣਾ, ਜਾਂ ਹੁਣ ਵੀ ਤੁਹਾਡੇ ਬੇਟੀ ਨਾਲ ਹੋਈ ਹੈ, ਕਿਸੇ ਹੋਰ ਨਾਲ ਵੀ ਹੋ ਸਕਦਾ ਹੋਇਆ ਹੋਵੇ? ਹਾਂਜੀ, ਸੁਣਿਆ ਹੈ, ਸਾਰੇ ਕਹਿ ਰਹੇ ਨੇ ਨਜਾਇਜ਼ ਆ, ਨਜਾਇਜ਼ ਹੋ ਰਿਹਾ, ਸਭ ਦੇ ਚੱਕੇ ਜਾ ਰਹੇ ਨੇ। ਜ਼ਰੂਰੀ ਤਾਂ ਨਹੀਂ ਵੀ ਸਾਰੇ ਮੁਜਰਮ ਨੇ ਇਹ ਬੱਚੇ। ਕਿਹੜੀ ਉਮਰ ਹੈ ਇਹਨਾਂ ਦੀ? ਹੁਣ 22-23 ਸਾਲ ਦੇ ਬੱਚੇ ਨੇ ਇਹ, ਜੋ ਇਹਨਾਂ ਨਾਲ ਹੋ ਰਹੀ। ਹੁਣ ਤਾਂ ਫਿਰ ਕੀ ਬਣਨਗੇ ਤੁਸੀਂ ਆਪੇ ਹੀ ਪਤਾ, ਫਿਰ ਪੁਲਿਸ ਕਿਆ ਬਣਾਊਗੀ ਇਹਨਾਂ ਨੂੰ, ਫਿਰ ਕੁੱਟ ਕੇ ਉਹ ਤਾਂ ਕੁਛ ਕਰੂਗੀ ਇਹਨਾਂ ਦਾ। ਬਸ ਇੱਕ ਇਹੀ ਆ ਵੀ ਸਾਡਾ ਬੱਚਾ ਕਿਹਾ, ਸਭ ਦੇ ਇੱਕ ਬੱਚੇ ਨੇ, ਸਾਡੇ ਕੋਲ ਇਕੱਲਿਆਂ ਦੇ ਹੀ ਆ। ਬਸ ਰੱਬ, ਬਸ ਕੈਪਟਨ ਨੂੰ ਸਾਹਮਣੇ ਇਹੀ ਬੇਨਤੀ ਆ, ਸਾਡੇ ਬੱਚੇ ਨੂੰ ਬਚਾ ਕੇ ਰੱਖੇ,
ਵੀ ਇਹਨਾਂ ਪੁਲਿਸ ਤੋਂ ਬਚਾਵੇ, ਜੋ ਕਾਰਵਾਈ ਇਹਨਾਂ ਤੇ ਬਣਦੀ ਆ ਉਹ ਕੀਤੀ ਜਾਵੇ। ਕਿਉਂਕਿ ਜਦੋਂ ਕੁਛ ਹੋ ਜਾਂਦਾ ਤੇ ਪੁਲਿਸ ਉਹਨਾਂ ਤੇ ਮਿੰਟ 'ਚ ਹੀ ਪਰਚਾ ਦਿੰਦੀ ਆ, ਜਦੋਂ ਪੁਲਿਸ ਵਾਲਾ ਕਰਦਾ ਉਹਨਾਂ ਤੇ ਕਿਉਂ ਨਹੀਂ ਪਰਚਾ ਹੁੰਦਾ? ਉਹਨਾਂ ਤੇ ਵੀ ਦਿੱਤਾ ਜਾਵੇ ਪਰਚਾ। ਇਹ ਜੋ ਸਾਡੇ ਬੱਚੇ ਨੇ ਕੁੱਟਿਆ ਮਾਰਿਆ ਉਹਨਾਂ ਦਾ ਕਿਆ ਬਣਿਆ? ਉਹਨਾਂ ਦਾ ਸਸਪੈਂਡ ਕਰਤਾ ਪੁਲਿਸ, ਉਹਨਾਂ ਦੀ ਕਚਹਿਰੀ, ਉਹਨਾਂ ਦੀ ਸਭ ਕੁਝ ਉਹਨਾਂ ਦਾ, ਦੁਬਾਰਾ ਵਾਪਸ ਫੇਰ ਰੱਖ ਲੈਣੇ ਨੇ ਡਿਊਟੀ ਤੇ। ਉਹ ਡਿਊਟੀ ਤੇ ਦੁਬਾਰਾ ਰੱਖੇ, ਉਹਨਾਂ ਦੇ ਪਰਚੇ ਦਿੱਤੇ ਜਾਣ, ਕੱਢੇ ਜਾਣ ਡਿਊਟੀ ਤੋਂ ਵੀ ਅਸੀਂ ਤੜਫਦੇ ਆ, ਉਹਨਾਂ ਦੇ ਬੱਚੇ ਵੀ ਤੜਫਣ, ਫਿਰ ਉਹ ਅਸੀਂ ਤੜਫਦੇ ਆ ਬੱਚੇ ਬਿਨਾਂ। ਇਹ ਇੱਕ ਮਾਂ ਦਾ ਦਰਦ ਹੈ, ਤੁਸੀਂ ਦੇਖ ਸਕਦੇ ਹੋ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੈ, ਜੋ ਬਿਆਨ ਕਰ ਰਹੇ ਨੇ ਕਿ ਹਾਲਾਂਕਿ ਖੁਦ ਇਹਨਾਂ ਦੇ ਪਤੀ ਜੋ ਨੇ ਉਹ ਪੁਲਿਸ ਮੁਲਾਜ਼ਮ ਨੇ, ਪਰ ਇਹ ਮੰਨ ਰਹੀ ਨੇ ਕਿ ਵਾਕਈ ਪੁਲਿਸ ਵਧੀਕੀਆਂ ਵੀ ਕਰਦੀ ਹੈ ਤੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਉਂਦੀ ਹੈ। ਇਕਬਾਲ, ਜਦੋਂ ਤੁਹਾਨੂੰ ਪੁਲਿਸ ਨੇ ਚੱਕਿਆ ਜਾਂ ਤੁਹਾਡੇ ਨਾਲ ਕੁੱਟਮਾਰ ਤਸ਼ੱਦਦ ਹੋ ਰਹੀ ਸੀ, ਤੁਹਾਡੇ ਨਾਲ ਜਾਂ ਤੁਹਾਡਾ ਨਾਮ ਕਿਸੇ ਹੋਰਾਂ ਦੇ ਨਾਲ ਜੋੜਿਆ ਗਿਆ, ਜਿਨ੍ਹਾਂ ਨਾਲ ਜੋੜਿਆ ਗਿਆ ਤੁਸੀਂ ਜਾਣਦੇ ਹੋ ਮੁੰਡੇ ਕੌਣ ਨੇ? ਨਹੀਂ, ਮੇਰਾ ਨਾਮ ਹੀ ਪੰਚਕੂਲੇ ਦਾ ਕੋਈ ਪਰਮਜੀਤ ਸਿੰਘ ਦੇ ਨਾਮ ਤੇ ਜੋੜਿਆ। ਕਹਿੰਦੇ ਵੀ ਉਹ ਤੋਂ ਤੈਨੂੰ ਫੰਡਿੰਗ ਹੋਈ ਆ। ਵੀ ਉਹ ਕੋਈ ਅੱਤਵਾਦੀ ਮੈਨੂੰ ਨਹੀਂ ਪਤਾ, ਮੈਂ ਨਾਮ ਹੀ ਨਹੀਂ ਸੁਣਿਆ ਜੀ। ਪਹਿਲੀ ਗੱਲ ਉਹ ਕਾਗਜ਼ਾਂ ਦੇ ਵਿੱਚ ਹੀ ਪੜਿਆ ਤੇ ਮਤਲਬ ਹੋਰ ਤਿਹਾੜ ਦੇ ਵਿੱਚ ਨਾਮ ਜੋੜੀ ਗਏ। ਕਹਿੰਦੇ ਵੀ ਕੋਈ ਮਤਲਬ ਉਦਾਂ ਹੀ ਜੋ ਬਾਹਰ ਅੱਤਵਾਦੀ ਜਿਵੇਂ ਪੁਰਾਣੇ ਐਵੇਂ ਬਿਲਕੁਲ। ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਜਾਣਦੇ ਸੀ? ਨਹੀਂ, ਬਿਲਕੁਲ ਕਿਸੇ ਨੂੰ ਨਹੀਂ ਜਾਣਦੇ ਜੋ ਨਾਮ ਲੈਂਦੇ ਸੀ। ਅੱਛਾ, ਇੱਕ ਬੀਤੇ ਦਿਨ ਇੱਕ ਅਸੀਂ ਖਬਰ ਚਲਾਈ ਸੀ, ਐਡਵੋਕੇਟ ਸਾਹਿਬ ਸਾਡੇ ਨਾਲ ਸੀ, ਬਈ ਖੰਨਾ ਪੁਲਿਸ ਬਰੇਲੀ ਦੇ ਬਹਾਨੇ ਮੋਹਾਲੀ ਗੇੜੇ ਲਾਉਂਦੀ ਰਹੀ। ਇਹ ਉਹੀ ਕੇਸ ਹੈ ਐਡਵੋਕੇਟ ਸਾਹਿਬ? ਬਿਲਕੁਲ ਇਹ ਗਈ ਕੇਸ ਹੈ। ਅੱਛਾ, ਤੁਹਾਨੂੰ ਬਰੇਲੀ ਲੈ ਕੇ ਗਏ ਪੁਲਿਸ ਵਾਲੇ ਕਿ ਨਹੀਂ? ਨਹੀਂ ਲੈ ਕੇ ਗਏ ਜੀ। ਨਹੀਂ ਲੈ ਕੇ ਗਏ। ਨਹੀਂ ਲੈ ਕੇ। ਦੇਖੋ, ਐਡਵੋਕੇਟ ਸਾਹਿਬ ਨਾਲ ਗੱਲ ਕਰਾਂਗੇ। ਐਡਵੋਕੇਟ ਸਾਹਿਬ, ਮੁੰਡੇ ਨੇ ਵੀ ਹੁਣ ਆਪ ਦੱਸਤਾ ਬਰੇਲੀ ਤਾਂ ਗਏ ਨਹੀਂ। ਅਸੀਂ ਉਸ ਦਿਨ ਸੋਚ ਵੀ ਰਹੇ ਸੀ ਵੀ ਇੰਨੀ ਜਲਦੀ ਪੁਲਿਸ ਵਾਲੇ ਕਿਵੇਂ ਕਿਤੇ ਜਹਾਜ਼ ਤਾਂ ਨਹੀਂ ਗਏ ਹੋਣੇ, ਤੇ ਕਿਵੇਂ ਤੁਸੀਂ ਵੇਖਦੇ ਹੋ? ਕਿਉਂਕਿ ਦੇਖੋ ਕਹਿੰਦੇ ਨੇ ਵੀ ਜੇ ਗੁਆਂਢੀਆਂ ਦੇ ਘਰੇ ਅੱਗ ਲੱਗੀ ਹੋਵੇ ਤਾਂ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਬੁਝਾਉਣੀ ਚਾਹੀਦੀ ਹੈ, ਪਤਾ ਨਹੀਂ ਅੱਗ ਆਪਣੇ ਘਰੇ ਕਦੋਂ ਆਵੇ। ਹੁਣ ਖੁਦ ਪੁਲਿਸ ਦੇ ਵਿੱਚ ਨੇ ਇਹਨਾਂ ਦੇ ਫਾਦਰ ਸਾਹਿਬ, ਤੇ ਇਹਨਾਂ ਦੇ ਨਾਲ ਇਹ ਕੁਝ ਹੋਇਆ ਹੈ ਤਾਂ ਬਾਕੀਆਂ ਦੇ ਨਾਲ ਕੀ ਹੁੰਦਾ ਹੋਣਾ ਹੈ? ਬਿਲਕੁਲ, ਅਸੀਂ ਬੀਤੇ ਦਿਨ ਇਹੀ ਕੇਸਾਂ 'ਚ ਜੋ ਰੋਜ਼ ਦੇਖਦੇ ਹਾਂ, ਜਿਹੜੀ ਕੰਪਲੇਂਟਸ ਹੈ, ਇੱਕ ਆਰਟੀਕਲ 22 ਹੈ ਜਿਹੜੀ ਪ੍ਰੋਟੈਕਸ਼ਨ ਟੂ ਅਕਿਊਜ਼ ਪਰਸਨ ਦਿੰਦਾ ਹੈ 24 ਘੰਟੇ ਦੇ ਵਿੱਚ ਪੇਸ਼ ਕਰਨਾ। ਸਾਡਾ ਸਿਧਾਂਤ ਹੈ, ਸਿਧਾਂਤ ਵੀ ਕਹਿੰਦਾ ਹੈ 24 ਘੰਟੇ ਦੇ ਵਿੱਚ ਹਰੇਕ ਅਕਿਊਜ਼ ਨੂੰ ਜਿਹਦੇ ਤੇ ਐਫ ਆਈ ਆਰ ਕੀਤੀ ਗਈ ਹੈ ਉਹਨੂੰ ਇਲਾਕਾ ਮੈਜਿਸਟਰੇਟ ਤੇ ਪੇਸ਼ ਕਰਨਾ ਹੀ ਕਰਨਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਮੁੰਡਿਆਂ ਨੂੰ 10 ਦਿਨ ਰੱਖ ਲਿਆ, ਕਿਸੇ ਨੂੰ 5 ਦਿਨ ਰੱਖ ਲਿਆ, ਉਹਨਾਂ ਨੂੰ ਘੁਮਾਉਂਦੇ ਰਹਿੰਦੇ ਨੇ ਨਜਾਇਜ਼ ਹੋਰ। ਉਸ ਤੋਂ ਬਾਅਦ ਜਦ ਪੇਸ਼ ਕਰਦੇ ਨੇ ਉਸ ਤੋਂ ਬਾਅਦ ਰਿਮਾਂਡ ਦੀ ਹੋਰ ਵੀ ਡਿਮਾਂਡ ਕਰਦੇ ਨੇ ਤੇ ਉਸ ਤੋਂ ਬਾਅਦ ਮਿਲਦਾ ਕੁਝ ਨਹੀਂ ਹੈ, ਰਿਕਵਰੀ ਕੋਈ ਇਫੈਕਟ ਨਹੀਂ। ਹੁਣ ਤੁਸੀਂ ਦੇਖੋ ਲੜਕਾ ਤੁਹਾਡੇ ਸਾਹਮਣੇ 20 ਦਿਨਾਂ ਦੇ ਵਿੱਚ ਬਾਹਰ ਹੈ ਡਿਸਚਾਰਜ। ਚੁੱਕਿਆ ਦਾ ਬੜਾ ਹੋ ਹੱਲਾ ਕਰਕੇ ਸੀ, ਇੰਨੀ ਪੁਲਿਸ ਗਈ, ਘੇਰਾ ਪਾਇਆ ਪਿੰਡ ਨੂੰ ਤੇ ਚੁੱਕ ਲਿਆ ਮੁੰਡੇ ਨੂੰ, ਕਹਿੰਦੇ ਅੱਤਵਾਦੀਆਂ ਦੇ ਨਾਲ ਜੁੜਿਆ, ਖਾਲਿਸਤਾਨੀਆਂ ਦੇ ਨਾਲ। ਤੇ ਹੁਣ ਪੁਲਿਸ ਨੇ ਕਲੀਨ ਚਿੱਟ ਕਿਵੇਂ ਦਿੱਤੀ? ਇਹ ਬਿਲਕੁਲ ਇਹ ਰਿਜ਼ਲਟ ਇਹਦਾ ਹੀ ਹੈ ਕਿ ਇਹਨਾਂ ਦੇ ਘਰਦਿਆਂ ਨੇ ਪਹਿਲੇ ਦਿਨ ਤੋਂ ਹੀ ਇਸ ਕੇਸ ਦੀ ਪੈਰਵਾਈ ਕੀਤੀ। ਜੇ ਪਹਿਲੇ ਦਿਨ ਤੋਂ ਪੈਰਵਾਈ ਨਾ ਕੀਤੀ ਹੁੰਦੀ, ਹੋ ਸਕਦਾ ਸੀ ਇਹ ਤੇ UAP ਐਕਟ ਵੀ ਲਾ ਦਿੰਦੇ। ਉਹ ਜੋ ਉਹਨਾਂ ਦਾ ਦਾਵਾ ਸੀ, ਜੋ ਇਹਨੂੰ ਟੌਰਚਰ ਦੇ ਵੇਲੇ ਉਹ ਦਾਵਾ ਦੇ ਰਹੇ ਸੀਗੇ, ਕਹਿ ਰਹੇ ਸੀਗੇ ਕਿ ਅਸੀਂ ਤੇਰੇ ਤੇ UAP ਐਕਟ ਲਾਉਣਾ ਹੀ ਲਾਉਣਾ ਹੈ। ਇਹਨਾਂ ਨੂੰ ਪਰਮਜੀਤ ਸਿੰਘ ਖਾਲਿਸਤਾਨੀ ਨਾਲ ਜਿਹੜਾ ਜੋੜਿਆ ਗਿਆ, ਉਹ ਨਾ ਹੀ ਇਹਨਾਂ ਨੇ ਕਦੇ ਸੁਣਿਆ ਤੇ ਨਾ ਹੀ ਕਦੇ ਉਹਨਾਂ ਨੇ ਹੋਰ ਕਿਸੇ ਮੁਲਜ਼ਮ ਨੇ ਸੁਣਿਆ। ਇਹਦਾ ਇੱਕ ਕੇਸ ਸਾਹਮਣੇ ਆਇਆ ਹੈ, ਹਾਲਾਂਕਿ ਬੀਤੇ ਜੋ ਇਸ ਦਹਾਕਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਕਈ ਮਾਮਲੇ ਇਦਾਂ ਦੇ ਸਾਹਮਣੇ ਆਏ ਨੇ। ਤੁਹਾਨੂੰ ਲੱਗਦਾ ਹੈ ਕਿ ਇਕਬਾਲ ਦਾ ਇੱਕ ਚਿਹਰਾ ਹੈਗਾ ਹੈ? ਹੋ ਸਕਦਾ ਕਿੰਨੇ ਕਿ ਇਕਬਾਲ ਸਾਡੇ ਨੇੜੇ ਤੇੜੇ ਹੋਣ, ਸਾਨੂੰ ਪਤਾ ਹੀ ਨਾ ਹੋਵੇ। ਬਿਲਕੁਲ ਜੀ, ਬਿਲਕੁਲ। ਇਹ ਅਸੀਂ ਕਹਿ ਰਹੇ ਨੇ ਬੀਤੇ ਦਿਨ ਬਹੁਤ ਅਸੀਂ ਇੱਦਾਂ ਦੇ ਮਾਮਲੇ ਦੇਖਦੇ, ਲੇਕਿਨ ਫਿਰ ਵੀ ਇਸ ਚੀਜ਼ ਤੋਂ ਅਸੀਂ ਤਾਂ ਹੀ ਜੇ ਅਵੇਅਰ ਹੋਵਾਂਗੇ ਤਾਂ ਹੀ ਇਸ ਗੱਲ ਤੋਂ ਸਿੱਖਾਂਗੇ। ਹੁਣ ਕੁਝ ਇਹ ਡਿਸਚਾਰਜ ਹੋ ਗਏ ਨੇ, ਹੁਣ ਅਵੇਅਰ ਹੋਏ ਨੇ ਕਿ ਇਹਨਾਂ ਦੇ ਨਾਲ ਇਹਨਾਂ ਨੇ ਹੱਡ ਬੀਤੀ ਆਪਣੀ ਸੁਣਾਈ, ਇਹਨਾਂ ਨਾਲ ਕਿੱਦਾਂ ਟੌਰਚਰ ਕੀਤਾ ਗਿਆ, ਕਿੱਦਾਂ ਹੋਰ ਰਿਮਾਂਡ ਦੀ, ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਗਈ। ਲੇਕਿਨ ਕੋਰਟ ਨੇ ਸਾਡਾ ਪੂਰਾ ਸਹਿਯੋਗ ਦਿੱਤਾ, ਸਾਨੂੰ ਪ੍ਰੋਪਰ ਰਿਲੀਫ ਮਿਲਿਆ ਕੋਰਟ 'ਚੋਂ। ਕੋਰਟ ਨੇ ਆਰਡਰ ਕੀਤਾ ਕਿ ਜਿਹੜੀ ਪੁਲਿਸ ਹੈ ਉਹਨੇ ਆਰਡਰ ਦੀ ਕੰਪਲਾਈਂਸ ਨਹੀਂ ਕੀਤੀ। ਬਿਲਕੁਲ, ਇੱਕ ਮਾਂ ਨੇ ਵੀ ਰੋਂਦੀ ਨੇ ਕਿਹਾ ਹੈ, ਕਹਿੰਦੇ ਫਿਰ ਲੋਕ ਕਹਿੰਦੇ ਨੇ ਕਿ ਪੁਲਿਸ ਵਾਲੇ ਅੱਤਵਾਦੀ ਬਣਾਉਂਦੇ ਨੇ। ਕਿਵੇਂ ਬਣਾਉਂਦੇ ਨੇ? ਐਗਜ਼ਾਮਪਲ ਸਾਡੇ ਨਾਲ ਇੱਥੇ ਖੜੀ ਹੈ, ਮੁੰਡੇ ਨੂੰ ਝੂਠਾ ਅੱਤਵਾਦੀ ਦੇ ਨਾਲ ਇਹਦਾ ਨਾਮ ਜੋੜਿਆ ਗਿਆ। ਤੇ ਜੇਕਰ ਤੁਸੀਂ ਹਲੇ ਵੀ ਸੋਚਦੇ ਹੋ ਕਿ ਆਖਿਰ ਪੁਲਿਸ ਕਿਵੇਂ ਅੱਤਵਾਦੀ ਬਣਾਉਂਦੀ ਹੈ, ਤਾਂ ਤੁਸੀਂ ਇਹ ਕਹਾਣੀ ਜ਼ਰੂਰ ਸੁਣੀ ਹੋਵੇਗੀ। ਹੋਰ ਲੋਕਾਂ ਨੂੰ ਵੀ ਇਹ ਕਹਾਣੀ ਸੁਣਾਓ, ਕਿਵੇਂ ਪੁਲਿਸ ਨੌਜਵਾਨ ਬੇਕਸੂਰ ਮੁੰਡਿਆਂ ਨੂੰ ਇੰਪਲਾਂਟ ਕਰਦੀ ਹੈ ਤੇ ਫਿਰ ਜਦੋਂ ਕਾਨੂੰਨੀ ਲੜਾਈ ਲੜੀ ਜਾਂਦੀ ਹੈ ਤੇ ਖੁਦ ਹੀ ਉਹਨਾਂ ਨੂੰ ਕਲੀਨ ਚਿੱਟ ਵੀ ਦਿੰਦੀ ਹੈ। ਲੇਕਿਨ ਬੜੀ ਹੈਰਾਨੀ ਵਾਲੀ ਗੱਲ ਹੈ, ਹੁਣ ਤਾਂ ਪੁਲਿਸ ਵਾਲਿਆਂ ਨੇ ਆਪਣਾ ਮਹਿਕਮਾ ਵੀ ਨਹੀਂ ਛੱਡਿਆ। ਉਹਨਾਂ ਦੀ ਮਹਿਕਮੇ ਦੇ ਹੀ ਇੱਕ ਮੁਲਾਜ਼ਮ ਦਾ ਇਹ ਮੁੰਡਾ ਹੈ ਜਿਸ ਨੂੰ ਨਜਾਇਜ਼ ਹੀ ਅੱਤਵਾਦੀਆਂ ਦੇ ਨਾਲ ਜੋੜਿਆ ਗਿਆ। ਪਰ ਕੀ ਪੁਲਿਸ ਮਹਿਕਮਾ ਜਾਂ ਉਹ ਕੁਝ ਮੁਲਾਜ਼ਮ ਇਸ ਮਾਮਲੇ ਤੋਂ ਸਬਕ ਲੈਣਗੇ ਜਾਂ ਫਿਰ ਇਸ ਇਕਬਾਲ ਦੀ ਤਰ੍ਹਾਂ ਸਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਕਬਾਲ ਸਾਹਮਣੇ ਆਉਣਗੇ? ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।